ਵਾਹਿਗੁਰੂ जी का खालसा वाहिगुरू जी की फतेह। प्रोग्राम करंट अफेयर्स ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ। ਸੋ ਖਬਰਾਂ ਦੇ ਉੱਤੇ ਕਰਾਂਗੇ ਚਰਚਾ। ਇਸ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਬੜੀਆਂ ਅਹਿਮ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਚਰਚਾ ਹੋਵੇਗੀ। ਖਾਸ ਤੌਰ ਦੇ ਉੱਤੇ ਉਚੇਚੀ ਗੱਲਬਾਤ ਜਿਹੜੀ ਆ ਉਹ ਕਸ਼ਮੀਰ ਮੁੱਦੇ ਦੇ ਉੱਤੇ ਹੋਵੇਗੀ, ਕਿਉਂਕਿ ਧਾਰਾ 370 ਹਟਾਈ ਗਈ ਆ, 35A ਹਟਾਈ ਗਈ ਆ। ਸੋ ਮੇਰਾ ਸਾਥ ਦੇਣਗੇ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ। ਸੋ ਉਹਨਾਂ ਨਾਲ ਪਾਉਂਦੇ ਹਾਂ ਫਤਿਹ ਦੀ ਸਾਂਝ ਅਤੇ ਪ੍ਰੋਗਰਾਮ ਦੀ ਕਰਦੇ ਹਾਂ ਸ਼ੁਰੂਆਤ। ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੱਟੀ ਸਾਹਿਬ, ਜੰਨਤ ਜਿਹੜੀ ਆ ਉਸ 'ਤੇ ਟੋਟੇ ਕਰ ਦਿੱਤੇ ਗਏ ਆ ਅਤੇ ਜੰਨਤ ਵਾਸੀਆਂ ਨੂੰ ਘਰਾਂ ਦੇ ਅੰਦਰ ਬੰਦ ਕਰ ਦਿੱਤਾ ਗਿਆ ਆ, ਕਿਉਂਕਿ ਕਸ਼ਮੀਰ ਜਿਸ ਨੂੰ ਕਿਹਾ ਜਾਂਦਾ ਕਿ ਜੇਕਰ ਦੁਨੀਆ 'ਤੇ ਕਿਤੇ ਜੰਨਤ ਆ ਤਾਂ ਉਹ ਇੱਥੇ ਆ। ਅਤੇ ਧਾਰਾ 370 ਹਟਾ ਦਿੱਤੀ ਗਈ ਆ, 35A ਹਟਾ ਦਿੱਤੀ ਗਈ ਆ ਅਤੇ ਧਾਰਾ 360 ਲਗਾਈ ਗਈ ਆ। ਕੀ ਤੁਹਾਡਾ ਪ੍ਰਤੀਕਰਮ ਹੈ ਇਸ ਦੇ ਉੱਤੇ? ਅਤੇ ਧਾਰਾ 360 ਜਿਹੜੀ ਲਗਾਈ ਗਈ ਆ ਉਹ ਕੀ ਚੀਜ਼ ਆ? ਹੁਣ ਜਿੱਥੋਂ ਤੱਕ ਜੰਨਤ ਕਸ਼ਮੀਰ ਦੀ ਗੱਲ ਹੈ ਜੀ, ਪਾਕਿਸਤਾਨ ਦੀ ਸਵਾਤ ਘਾਟੀ ਜੀ ਅਤੇ ਭਾਰਤ ਦੀ ਜਿਹੜੀ ਸਾਡੀ ਕਸ਼ਮੀਰ ਜੰਨਤ ਜੀ, ਇੱਥੇ ਕਈ ਫਿਲਮਾਂ ਬਣੀਆਂ ਨੇ। ਆਮ ਤੌਰ 'ਤੇ ਉਹ ਫਿਲਮ ਅਧੂਰੀ ਗਿਣੀ ਜਾਂਦੀ ਸੀ ਜਿਹਦੀ ਸ਼ੂਟਿੰਗ ਜਿਹੜੀ ਆ ਕਸ਼ਮੀਰ 'ਚ ਨਹੀਂ ਹੁੰਦੀ। ਜੀ ਜੀ ਬਿਲਕੁਲ। ਅਤੇ ਕਸ਼ਮੀਰ ਦੇ ਹੋਟਲ ਆਮ ਤੌਰ 'ਤੇ ਐਕਟਰਾਂ ਅਤੇ ਐਕਟਰਸ ਤਾਂ ਭਰੇ ਹੁੰਦੇ ਸੀ, ਉਹਨਾਂ ਦੇ ਅਮਲੇ ਫਿਲਮ ਦੇ ਭਰੇ ਹੁੰਦੇ ਸੀਗੇ ਜੀ। ਲੇਕਿਨ ਜਦੋਂ ਤੋਂ ਉੱਥੇ ਹਾਲਾਤ ਸਾਡੇ ਸਿਆਸੀਕਰਨ ਕਰਕੇ ਜੀ ਉਹਨਾਂ ਲੋਕਾਂ ਦਾ ਕੋਈ ਕਸੂਰ ਨਹੀਂ, ਸਾਡੇ ਲੋਕਾਂ ਦੇ ਸਿਆਸੀਕਰਨ ਕਰਕੇ ਹਾਲਾਤ ਖਰਾਬ ਹੋਏ ਜੀ, ਅਤੇ ਅੱਜ ਉਹ ਜੰਨਤ ਜਿਹੜੀ ਆ ਉਹ ਨਰਕ ਬਣੀ ਪਈ। ਉਹਨੂੰ ਬਣਾਉਣੇ ਸਾਡੇ ਸਿਆਸੀ ਆਗੂ ਜਿਹੜੀ ਇਹ ਜੰਨਤ ਦੇ ਹੁਣ ਟੋਟੇ ਕਰ ਦਿੱਤੇ ਗਏ ਨੇ ਜੀ। ਜਿਹੜੀਆਂ ਦੋ ਧਰਾਵਾਂ 370 ਅਤੇ 35A ਜੀ ਜਿਹਦੇ ਤਹਿਤ ਵੱਧ ਅਧਿਕਾਰ ਦਿੱਤੇ ਗਏ ਸੀ ਉੱਥੋਂ ਕਸ਼ਮੀਰ ਨੂੰ, ਜਿਹੜਾ ਸਮਝੌਤਾ ਸ਼ੇਖ ਅਬਦੁੱਲਾ ਜੀ ਅਤੇ ਨਹਿਰੂ ਵਿਚਕਾਰ ਹੋਇਆ ਸੀਗਾ, ਅਤੇ ਉਸ ਟਾਈਮ 'ਤੇ ਜਿਹੜੇ ਸਾਡੇ ਪਹਿਲੇ RS ਦੇ ਜੀ ਮੁਖੀ ਸਨ ਉਹਨਾਂ ਨੇ ਉਦੋਂ ਨਹਿਰੂ ਦਾ ਸਾਥ ਛੱਡਤਾ ਸੀਗਾ ਜੀ। ਤੂੰ ਗਲਤ ਕਰ ਰਿਹਾ। ਗੱਲ ਠੀਕ ਆ, ਜੇ ਨਹੀਂ ਕਿਸੇ ਨਾਲ ਰਹਿਣਾ ਨਾ ਰਵੇ ਜੀ। ਲੇਕਿਨ ਇਹ ਤੁਹਾਨੂੰ ਪਤਾ ਹੋਏਗਾ ਜੀ ਉਦੋਂ ਪਟੇਲ ਸੀਗਾ, ਜਦੋਂ ਹਰੀ ਸਿੰਘ ਉੱਥੋਂ ਦਾ ਮਹਾਰਾਜਾ ਡੋਗਰਾ, ਜਿਹੜਾ ਹਰੀ ਸਿੰਘ ਸੀਗਾ ਉਹ ਡੋਗਰਾ ਸੀਗਾ ਜੀ। ਹਰੀ ਸਿੰਘ ਜਿਹੜਾ ਗੁਲਾਬ ਸਿੰਘ ਡੋਗਰੇ ਦੇ ਪੋਤਰੇ ਦਾ ਪੁੱਤਰ ਸੀਗਾ ਜੀ। ਅਤੇ ਗੁਲਾਬ ਸਿੰਘ ਕੌਣ ਸੀਗਾ? ਉਹ ਇੱਕ ਜੈਲਦਾਰ ਮੁੰਡਾ ਸੀ, ਗੁਲਾਬ ਸਿੰਘ, ਸੁਚੇਤ ਸਿੰਘ ਅਤੇ ਧਿਆਨ ਸਿੰਘ ਜੀ। ਅਤੇ ਗੁਲਾਬ ਸਿੰਘ ਇੰਨਾ ਚੁਸਤ ਚਲਾਕ ਸੀ ਵੀ ਮਹਾਰਾਜਾ ਰਣਜੀਤ ਸਿੰਘ ਕੋਲ ਨੌਕਰੀ ਕੀਤੀ ਉਹਨੇ, ਇੰਨਾ ਨੇੜੇ ਹੋ ਗਿਆ ਵੀ ਉਸ ਨੂੰ ਉੱਥੋਂ ਦਾ ਇੰਚਾਰਜ ਲਾ ਦਿੱਤਾ। ਉਹ ਮੁੜ ਕੇ ਪੀੜ੍ਹੀ ਦਰ ਤੁਰੇ ਆਉਂਦੇ ਰਹੇ ਜੀ। ਅਤੇ ਹੁਣ ਉਸੇ ਹੀ ਜਿਹੜੀ ਉਹਦੇ ਵਿੱਚੋਂ ਹੀ ਉਸ ਵੰਸ਼ ਦੇ ਵਿੱਚੋਂ ਹੀ ਜੀ ਜਿਹੜਾ ਕਰਨ ਸਿੰਘ ਕਹਿੰਦੇ, ਕਰਨੀ ਸਿੰਘ ਕਹਿੰਦੇ ਉਹਨੂੰ ਰਾਜ ਮਹਾਰਾਜਾ, ਉਹ ਉਸੇ ਵੰਸ਼ ਦੇ ਵਿੱਚੋਂ ਜੀ। ਜਦੋਂ 47 ਦੀ ਵੰਡ ਹੋਈ ਅਤੇ ਪਾਕਿਸਤਾਨ ਦੀ ਆਰਮੀ ਨੇ ਕਬਾਇਲੀਆਂ ਦੇ ਵਿੱਚ ਭੇਸ ਦੇ ਵਿੱਚ ਅਟੈਕ ਕਰ ਦਿੱਤਾ। 10,000 ਉਹ ਆ ਗਏ ਅਤੇ ਇੱਕ ਜਾਂ ਟਰੱਕ ਲੈ ਕੇ ਲੁੱਟਣਾ ਵਾ, ਅਤੇ ਬਾਰਾਮੂਲਾ ਦੇ ਵਿੱਚ ਆ ਕੇ ਉਹਨਾਂ ਨੇ ਉੱਥੇ ਜਿਹੜੇ ਹਸਪੀਟਲ ਸੀ, ਸਕੂਲ ਸੀ, ਨਨਸ ਨਾਲ, ਟੀਚਰਸ ਨਾਲ ਉੱਥੇ ਬਲਾਤਕਾਰ ਕੀਤਾ ਜੀ। ਜਦੋਂ ਬਲਾਤਕਾਰ ਕੀਤੇ ਫਿਰ ਹਰੀ ਸਿੰਘ ਨੇ ਅਪਰੋਚ ਕੀਤੀ ਇੰਡੀਆ ਗੌਰਮੈਂਟ ਨੂੰ ਮੇਰੀ ਮਦਦ ਕੀਤੀ ਜਾਵੇ ਜੀ। ਇੰਡੀਆ ਗੌਰਮੈਂਟ ਨੇ ਮਦਦ ਕਰਨ ਤੋਂ ਇਨਕਾਰ ਕਰਤਾ ਜੀ। ਫਿਰ ਉਹ ਕਹਿੰਦਾ ਵੀ ਸ਼ੇਖ ਅਬਦੁੱਲਾ ਕਹੂਗਾ ਮੇਰਾ ਦੋਸਤ ਆ ਫਿਰ ਕਰੂੰਗਾ ਮੈਂ। ਫਿਰ ਸ਼ੇਖ ਅਬਦੁੱਲਾ ਅਤੇ ਮਹਾਰਾਜ ਦੀ ਘਰ ਦੀ ਦਿੱਲੀ ਗਏ ਅਤੇ ਉਹਨਾਂ ਦੇ ਕਹਿਣ 'ਤੇ ਫਿਰ ਉਹਨਾਂ ਮਦਦ ਕੀਤੀ ਜੀ। ਅਜੇ ਵੀ ਤਿਆਰ ਨਹੀਂ ਸੀ ਪੰਡਿਤ ਜਵਾਹਰ ਲਾਲ ਨਹਿਰੂ, ਲੇਕਿਨ ਜਿਹੜਾ ਸਰਦਾਰ ਪਟੇਲ ਸੀਗਾ ਉਹ ਨਹਿਰੂ ਨਾਲੋਂ 14 ਸਾਲ ਵੱਡਾ ਸੀਗਾ ਜੀ। ਅਤੇ ਇੱਕ ਲਾਰਡ ਮਾਊਂਟਬੈਟਨ ਜਿਹੜਾ ਨਾਲ ਸੀ ਉਹਦੇ, ਉਹ ਅੰਗਰੇਜ਼ੀ ਜਾਣਦਾ ਸੀ, ਪੰਜਾਬੀ ਨਹੀਂ ਜਾਣਦਾ। ਹਿੰਦੀ ਦੇ ਵਿੱਚ ਫਿਰ ਜਿਹੜਾ ਸੀ ਇਹਨੇ ਉਹਨੂੰ ਕਿਹਾ, सरदार पटेल ने, कि जवाहर मेरे को ये बताओ आप कश्मीर नहीं चाहते? कहना चाहते हैं। कहना फिर ऑर्डर दो इनको अभी अटैक करने का। फिर अटैक दिता, लॉर्ड बेंटन में क्या गया भी अटैक किया जाए जी। मानक शाह जी उदों लेफ्टिनेंट जनरल सीगा, उदों साडे ब्रिगेडियर बिक्रम सिंह सी। ब्रिगेडियर बिक्रम सिंह ने उत्थे अथाह काम किया जी। 1.25 साल जंग लड़ी, कश्मीर ਨੂੰ ਯਾਦ ਕਰਾਇਆ। ਲੇਕਿਨ ਬ੍ਰਿਗੇਡੀਅਰ ਬਿਕਰਮ ਸਿੰਘ ਕਹਿੰਦਾ ਸੀਗਾ ਵੀ ਨਹਿਰੂ ਜੀ ਜੇ ਕਿਤੇ ਅਸੀਂ ਆ ਬਾਕੀ ਦਾ ਕਸ਼ਮੀਰ ਨਾਲ ਲਿਆ ਤਾਂ ਸਾਡੇ ਭਾਵੇਂ ਮਰਿਆ ਗੱਲ ਸੱਪੈ ਜਾਣਾ। ਉਹ ਕਹਿੰਦਾ ਨਹੀਂ, ਪਾਕਿਸਤਾਨ ਵਾਲੇ ਪਾਸੇ ਗੋਲੀ ਨਹੀਂ ਚੱਲੇਗੀ। ਉਹ ਗੋਲੀ ਰੋਕਦੇ ਹੁਣ ਅੱਜ ਸਾਡੇ ਕੋਲ ਛਾਪਾ ਪਿਆ ਕਸ਼ਮੀਰ ਵਾਲਾ ਜੀ। ਅਤੇ ਇਹ ਜੰਨਤ ਜਿਹੜੀ ਸੀ ਇਹ 1980 ਤੋਂ ਬਾਅਦ ਜਿਹੜੀ ਸੀ ਇਹ ਉੱਥੇ
ਨਰਕਬਾਣੀ ਸ਼ੁਰੂ ਹੋ ਗਈ, ਹੂੰ ਲੋਕ ਮਰਨੇ ਸ਼ੁਰੂ ਹੋ ਗਏ, ਨੌਜਵਾਨ ਮਰਨੇ ਸ਼ੁਰੂ ਹੋ ਗਏ, ਸਾਡੀ ਆਰਮੀ ਮਰਨੀ ਸ਼ੁਰੂ ਹੋ ਗਈ, ਸਾਡੇ ਜਵਾਨ ਮਰਨੇ ਸ਼ੁਰੂ ਹੋ ਗਏ। ਤੇ ਹੁਣ ਹਾਲਤ ਇਹ ਹੈ ਵੀ ਬੜਾ ਵੱਡਾ ਫੈਸਲਾ, ਬਹੁਤ ਵੱਡਾ ਫੈਸਲਾ ਮੋਦੀ ਸਰਕਾਰ ਨੇ ਲਿਆ, ਜਿਹੜਾ ਲਿਆ ਵਾ ਸਿੰਧ ਤੋਂ 70 ਧਾਰਾ ਖਤਮ ਕਰਤੀ ਆ ਜੀ, 35 ਖਤਮ ਕਰਤੀ ਆ ਤੇ 360 ਲਾਗੂ ਕਰਤੀ ਆ। 370 ਤੇ 335 ਧਾਰਾ ਜਿਹੜੀ ਇਹ ਵੀ ਤੁਸੀਂ ਉੱਥੇ ਜਾ ਕੇ ਕੋਈ ਆਪਣੀ ਜ਼ਮੀਨ ਨਹੀਂ ਖਰੀਦ ਸਕਦੇ, ਉੱਥੇ ਕੋਈ ਪ੍ਰਾਪਰਟੀ ਨਹੀਂ ਬਣਾ ਸਕਦੇ। ਜੇ ਉੱਥੋਂ ਦੀ ਕੋਈ ਕੁੜੀ ਉੱਥੇ ਸਥਾਈ ਰੂਪ ਵਿੱਚ ਗਏ ਬੰਦੇ ਨਾਲ ਸ਼ਾਦੀ ਕਰਦੀ ਆ ਤਾਂ ਉਹਦੇ ਅਧਿਕਾਰ ਖਤਮ ਹੋ ਜਾਂਦੇ ਉੱਥੇ। ਤੇ 360 ਧਾਰਾ ਇਹ ਕਹਿੰਦੀ ਆ ਵੀ ਤੁਸੀਂ ਹਿੰਦੁਸਤਾਨ ਦੇ ਵਿੱਚ ਜਿਹੜਾ ਕਿਤੇ ਵੀ ਜਾ ਕੇ ਇਜਾਜ਼ਤ ਖਰੀਦ ਸਕਦੇ ਹੋ, ਰਹਿ ਸਕਦੇ ਹੋ, ਤੁਸੀਂ ਨਾਗਰਿਕ ਉੱਥੋਂ ਦੇ। ਇਹਦੇ ਵਿੱਚ ਜਿਹੜੀ ਡਬਲ ਸਿਟੀਜ਼ਨਸ਼ਿਪ ਸੀ ਉਹ ਵੀ ਖਤਮ ਕਰ ਦਿੱਤੀ ਗਈ, ਜਿਹੜੀ 370 ਵੀ ਖਤਮ ਕਰ ਦਿੱਤੀ ਗਈ, 35 ਖਤਮ ਕਰ ਦਿੱਤੀ, 60 ਲਾਗੂ ਕਰਤੀ। ਔਰ ਸਾਡੀ ਇੱਕ ਮੰਗ ਸਰਕਾਰ ਕੋਲ ਇਸ ਮਾਧਿਅਮ ਰਾਹੀਂ ਕਿ ਯੂਨੀਫਾਰਮਿਟੀ ਕੀਤੀ ਜਾਵੇ ਜੀ, ਕਿਉਂਕਿ ਜੇ 370 ਤੇ 35 ਖਤਮ ਕਰਕੇ 360 ਲਾਈ ਗਈ ਜੰਮੂ ਕਸ਼ਮੀਰ ਦੇ ਵਿੱਚ, ਤੇ ਫਿਰ ਜਿਹੜਾ ਹਿਮਾਚਲ ਆ, ਰਾਜਸਥਾਨ ਆ, ਉੱਥੇ ਵੀ ਆਮ ਨਾਗਰਿਕ ਨੂੰ ਜਾ ਕੇ ਜ਼ਮੀਨ ਖਰੀਦਣ ਦਾ, ਉੱਥੇ ਜਾ ਕੇ ਆਪਣੀ ਬਿਜ਼ਨਸ ਕਰਨ ਦਾ ਅਧਿਕਾਰ ਦਿੱਤਾ ਜਾਵੇ ਜੀ। ਪੰਜਾਬ ਦਾ ਕੋਈ ਬੰਦਾ ਜਾਂਦਾ ਹਿਮਾਚਲ ਦੇ ਵਿੱਚ, ਉਹਨੂੰ ਅਧਿਕਾਰ ਨਹੀਂ ਗਾ ਜ਼ਮੀਨ ਖਰੀਦਣ ਦਾ, ਬਿਲਕੁਲ ਜੰਮੂ ਕਸ਼ਮੀਰ 'ਚ ਨਹੀਂ ਗਾ। ਫਿਰ ਉਹ ਕਿਉਂ? ਇਹਦੇ 'ਤੇ ਵੀ ਗੌਰ ਫਰਮਾਏ ਜਿਹੜੀ ਮੋਦੀ ਸਰਕਾਰ ਆ, ਤੇ ਹਿੰਦੁਸਤਾਨ ਦੇ ਵਿੱਚ ਇੱਕ ਕਾਨੂੰਨ ਲਾਗੂ ਕਰਕੇ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਜਾਵੇ, ਜਿੱਥੇ ਮਰਜ਼ੀ ਜ਼ਮੀਨ ਖਰੀਦੇ, ਆਪਣੇ ਇੰਡੀਪੈਂਡੈਂਟ ਕੰਮ ਕਰੇ, ਉੱਥੋਂ ਦੀ ਸਰਕਾਰ ਨੂੰ ਸੁਰੱਖਿਆ ਪ੍ਰਦਾਨ ਕਰੇ, ਸਹੂਲਤਾਂ ਪ੍ਰਦਾਨ ਕਰੇ। ਇਹਦੇ ਨਾਲ ਇੱਕ ਗੱਲ ਹੋਰ ਕਰਨੀ ਚਾਹੂੰਗਾ ਜੀ, ਜਦੋਂ ਪੰਜਾਬ ਦੇ ਵਿੱਚ ਸਾਕਾ ਨੀਲਾ ਤਾਰਾ ਕੀਤਾ ਗਿਆ ਜੀ, 37 ਗੁਰਦੁਆਰਿਆਂ 'ਤੇ ਕਬਜ਼ਾ ਕੀਤਾ ਗਿਆ, ਉਹਨਾਂ ਦੀਆਂ ਤਲਾਸ਼ੀਆਂ ਲਈਆਂ ਗਈਆਂ, ਪੂਰੇ ਪੰਜਾਬ 'ਚ ਕਰਫਿਊ ਲਗਾ ਦਿੱਤਾ ਗਿਆ ਜੀ, ਉਹ ਕੁਛ ਹੁਣ ਕਸ਼ਮੀਰ 'ਚ ਕੀਤਾ ਗਿਆ ਜੀ। ਸਰਕਾਰ ਨੇ ਇੱਕ ਵਾਰੀ ਤੇ ਪੰਜਾਬ 'ਚ ਦਬਾ ਲਿਆ ਜੀ, ਲੇਕਿਨ ਉਸ ਤੋਂ ਬਾਅਦ ਜਿਹੜੇ 10 ਸਾਲ ਪੰਜਾਬ ਦੇ ਵਿੱਚ ਹਾਲਾਤ ਰਹੇ ਜੀ, ਜਿਹੜਾ ਪੰਜਾਬ ਉਦੋਂ ਬਰਬਾਦੀ ਵਾਲੇ ਪਾਸੇ ਗਿਆ, ਤੇ ਇਸ ਕਰਕੇ ਸਰਕਾਰ ਨੂੰ ਸੁਚੇਤ ਰਹਿਣਾ ਚਾਹੀਦਾ ਵਾ। ਜੇ ਕਸ਼ਮੀਰ ਦੇ ਵਿੱਚ ਉਹ ਹਾਲਾਤ ਪੈਦਾ ਹੁੰਦੇ ਆ ਤੇ ਫਿਰ ਗੜਬੜ ਹੁੰਦੀ ਆ ਜੀ, ਤੇ ਉਹਦਾ ਸੇਕ ਕੱਲਾ ਕਸ਼ਮੀਰ ਨਹੀਂ, ਸਾਰਾ ਹਿੰਦੁਸਤਾਨ ਨੂੰ ਚਲਾਉਣਾ ਪਏਗਾ ਜੀ। ਕਿੰਨਾ ਚੰਗਾ ਹੁੰਦਾ ਜੇ ਕਿਤੇ ਇਹ ਬਾਕੀ ਪਾਰਟੀਆਂ ਸਾਰੀਆਂ ਸਹਿਮਤੀ ਨਾਲ ਇੱਥੇ ਪਹਿਲਾਂ ਸੈਮੀਨਾਰ ਕੀਤੇ ਜਾਂਦੇ, ਲੋਕਾਂ ਦੀ ਰਾਏ ਲਈ ਜਾਂਦੀ, ਜਿਹੜਾ ਸੁਪਰੀਮ ਕੋਰਟ ਕੇਸ ਚੱਲਦਾ ਵਾ ਉਹਦਾ ਫੈਸਲਾ ਹੁਣ ਤੱਕ ਉਡੀਕ ਕੀਤੀ ਜਾਂਦੀ। ਇਹ ਕਾਹਲੀ ਫੈਸਲਾ ਲੈ ਗਿਆ ਵਾ। ਜੇ ਕਿਤੇ ਸਾਕਾ ਨੀਲਾ ਤਾਰਾ ਤੋਂ ਬਾਅਦ ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ਖਰਾਬ ਹੋਏ ਸੀ ਜੀ, ਜੇ ਕਸ਼ਮੀਰ ਦੇ ਹੋ ਗਏ ਤੇ ਫਿਰ ਕਿਹੜੇ ਪਾਸੇ ਨੂੰ ਜਾਣਾ ਵਾ? ਕਿਉਂਕਿ ਜਿਹੜਾ ਸਾਡਾ ਪੰਜਾਬ ਦਾ ਇਲਾਕਾ ਸੀ ਪਲੇਨ ਸੀਗਾ, ਉਹ ਸਾਡਾ ਇਲਾਕਾ ਜਿਹੜਾ ਵਾ ਪਹਾੜੀ ਖੇਤਰ ਜੀ ਜੀ। ਜੇ ਅਮਰੀਕਾ ਨੇ ਆ ਕੇ ਅਫਗਾਨਿਸਤਾਨ 'ਚ ਅਟੈਕ ਕੀਤਾ, ਅੱਜ ਅਮਰੀਕਾ ਭੱਜਣ ਡਿਆ, ਉੱਥੋਂ ਕਾਮਯਾਬ ਨਹੀਂ ਹੋ ਸਕਿਆ ਕਿ ਉੱਥੇ ਪਹਾੜੀ ਖੇਤਰ, ਤੇ ਪਹਾੜੀ ਖੇਤਰ ਸਾਡੀਆਂ ਫੋਰਸਾਂ ਨੂੰ ਲੜਨਾ ਔਖਾ ਹੁੰਦਾ ਵਾ। ਇਸ ਕਰਕੇ ਚੰਗਾ ਹੁੰਦਾ ਵੀ ਉਹਨਾਂ ਲੋਕਾਂ ਨੂੰ ਕੌਨਫੀਡੈਂਸ ਲੈ ਕੇ ਫਿਰ ਇਹ ਕੰਮ ਕੀਤਾ ਜਾਂਦਾ। ਹੁਣ ਜਿਹੜੇ ਦੋ ਹਿੱਸੇ ਕਰ ਦਿੱਤੇ, ਲਦਾਖ ਵੱਖਰਾ ਕਰਤਾ, ਜੰਮੂ ਕੁਝ ਵੱਖਰਾ ਕਰਤਾ ਵਾ। ਅਜੇ ਤੱਕ ਜੰਮੂ ਕਸ਼ਮੀਰ ਦੀ ਅਜੇ ਤੱਕ ਸਪਸ਼ਟ ਨਹੀਂ ਕੀਤਾ ਵੀ ਇੱਥੇ ਜਿਹੜੀ ਸਟੇਟ ਉਹ ਕਿਸ ਤਰ੍ਹਾਂ ਦੀ ਹੋਊਗੀ। ਦਿੱਲੀ ਵਰਗੀ ਹੋਏਗੀ, ਪਾਂਡੀਚੇਰੀ ਵਰਗੀ ਹੋਏਗੀ। ਕਿਉਂਕਿ ਦਿੱਲੀ ਦੇ ਵਿੱਚ ਤੁਸੀਂ ਜਿਹੜਾ ਸਾਡਾ ਕੇਜਰੀਵਾਲ ਮੁੱਖ ਮੰਤਰੀ ਆ, ਉਹ ਆਪਣੇ ਜਿਹੜਾ ਦਫ਼ਤਰ ਦਾ ਇੱਕ ਸੇਵਾਦਾਰ ਨਹੀਂ ਬਦਲ ਸਕਦਾ ਜੀ, ਉਹਦਾ ਕੋਈ ਰੱਖ ਨਹੀਂ ਸਕਦਾ, ਕੋਈ ਪੁਲਿਸ ਨੂੰ ਨਿਰਦੇਸ਼ ਦੇ ਸਕਦਾ। ਲੇਕਿਨ ਪਾਂਡੀਚੇਰੀ ਦੇ ਉਲਟ, ਪਾਂਡੀਚੇਰ ਭਾਵੇਂ ਸਾਡੀ ਹੈਗੀ ਆ ਕੀ ਕਹਿੰਦੇ ਆਪਣੇ ਜੀ, ਪਾਂਡੀਚੇਰੀ ਦੇ ਵਿੱਚ ਇਹਦੇ ਉਲਟ ਬਿਲਕੁਲ ਜੀ। ਉੱਥੇ ਜਿਹੜਾ ਮੁੱਖ ਮੰਤਰੀ ਸਾਰੀਆਂ ਪਾਵਰਾਂ ਤੋਂ ਕੋਲ ਹੈਗੀਆਂ ਜੀ, ਉੱਥੇ ਲੈਫਟੀਨੈਂਟ ਕਰਨਲ ਕੋਲ ਬਹੁਤ ਘੱਟ ਪਾਵਰਾਂ ਹੈਗੀਆਂ। ਦਿੱਲੀ ਦੇ ਵਿੱਚ ਜਿਹੜੇ ਜ਼ਿਆਦੀਆਂ ਨੇ, ਹੁਣ ਅਜੇ ਤੱਕ ਸਪਸ਼ਟ ਨਹੀਂ ਕੀਤਾ ਸਰਕਾਰ ਨੇ ਵੀ ਇਹ ਪਾਂਡੀਚੇਰੀ ਵਰਗੀ ਸਰਕਾਰ ਬਣੂਗੀ ਜੀ ਜਾਂ ਦਿੱਲੀ ਵਰਗੀ ਬਣੂਗੀ, ਦਿੱਲੀ ਵਰਗੀ ਲੰਗੜੀ ਬਣੂਗੀ ਜੀ। ਤੇ ਮੈਂ ਸੋਚਦਾ ਵੀ ਸਰਕਾਰ ਨੂੰ ਸਪਸ਼ਟ ਕਰਕੇ ਇਮੀਡੀਏਟਲੀ ਲੋਕਾਂ ਦਾ ਉੱਥੋਂ ਕੌਨਫੀਡੈਂਸ ਜਿੱਤਣਾ ਚਾਹੀਦਾ ਵਾ ਜੀ। ਜੇ ਨਹੀਂ ਜਿੱਤਦੇ ਤੇ ਹਾਲਾਤ ਖਰਾਬ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਿੰਨੇ ਲੀਡਰ ਉਹ ਫੜ ਕੇ ਅੰਦਰ ਦਿੱਤੇ ਆ, ਤੇ ਲੀਡਰ ਜੋ ਅੰਦਰ ਦਿਓਗੇ ਤੇ ਲੋਕਾਂ ਭਟਕਣਾ ਆਟੋਮੈਟਿਕਲੀ। ਬਿਲਕੁਲ ਭੱਟੀ ਸਾਹਿਬ, ਜੇ ਗੱਲ ਕਰੀਏ 15 ਅਗਸਤ ਦੀ, ਤਾਂ ਗ੍ਰਹਿ ਮੰਤਰੀ ਕੀ ਲਾਲ ਚੌਂਕ ਦੇ ਵਿੱਚ ਵੀ ਚਰਚਾਵਾਂ ਚੱਲ ਰਹੀਆਂ ਕਿ ਤਿਰੰਗਾ ਲਹਿਰਾਉਣਗੇ, ਕਿ ਵਾਕਿਆ ਸੰਭਵ ਹੋ ਸਕੂਗਾ ਇੰਨੀ ਜਲਦੀ ਹੋਰ 10 ਦਿਨਾਂ ਤੱਕ? ਵੇਖੋ ਜੀ, ਜਿਸ ਤਰੀਕੇ ਨਾਲ ਉਹਨਾਂ ਉੱਥੇ ਕਰਫਿਊ ਲਾਇਆ ਵਾ ਜੀ, ਤੁਸੀਂ ਆਪਣੇ ਬੰਦੇ ਖੜ ਕੇ, ਆਰਮੀ ਖੜੀ ਕਰਕੇ, ਉੱਥੇ ਪੁਲਿਸ ਖੜੀ ਕਰਕੇ, ਅੱਜ ਦੀ ਡੇਟ ਦੇ ਵਿੱਚ ਜੰਮੂ ਕਸ਼ਮੀਰ ਪੁਲਿਸ ਕੋਲ ਸਾਰੇ ਹਥਿਆਰ ਲੈ ਲਏ ਗਏ ਨੇ, ਥਾਣਿਆਂ 'ਚ CRP ਲਾ ਦਿੱਤੀ ਗਈ ਹੈ, ਸਭ ਕੁਝ ਲੈ ਲਿਆ ਗਿਆ। ਤੁਸੀਂ ਆਪਣੇ ਬੰਦੇ ਖੜ ਕੇ ਜੇ ਝੰਡਾ ਚਲਾ ਵੀ ਦਿਓਗੇ ਤੇ ਫਿਰ ਕਿਹੜੀ ਉੱਥੇ ਤੁਸੀਂ ਵੱਡੀ ਵੱਡੇ ਮਾਰਕਾ ਮਾਰ ਲਓਗੇ।
ਇਹ ਇੰਜ ਲੱਗ ਰਿਹਾ ਵੀ ਇਹ ਉਹਨਾਂ ਨੂੰ ਚੜਾਉਣਾ ਨਹੀਂ ਹੋਏਗਾ ਇਸ ਤਰ੍ਹਾਂ ਕਰਨਾ। ਬਿਲਕੁਲ ਚੜਾਉਣ ਚੜਾ ਤਾਂ ਦਿੱਤਾ ਹੀ ਜੀ। ਚੜਾਉਣ ਤੋਂ ਕਿਤੇ ਉੱਪਰ ਜਿਹੜੀ ਤਾਕਤ ਦੀ ਵਰਤੋਂ ਕਰ ਦਿੱਤਾ ਗਿਆ। ਇਸ ਕਰਕੇ 15 ਅਗਸਤ ਨੂੰ ਜੇ ਕਿਤੇ ਗ੍ਰਹਿ ਮੰਤਰੀ ਉੱਥੇ ਝੰਡਾ ਚਲਾਉਂਦੇ ਆ ਤੇ ਮੇਰੇ ਖਿਆਲ ਲੋਕਾਂ 'ਚ ਰੋਸ ਹੋਰ ਵਧੇਗਾ। ਮਤਲਬ ਇਹਨਾਂ ਨੇ ਇੱਕ ਜ਼ਖਮ ਉਹਨਾਂ ਨੂੰ ਦਿੱਤਾ ਤੇ ਉਹਦੇ ਉੱਤੇ ਹੁਣ ਨਮਕ ਪਾਉਣਗੇ। ਤੁਹਾਨੂੰ ਪਤਾ ਹੋਊਗਾ 6 ਮਹੀਨੇ ਪਹਿਲਾਂ ਮੇਰੇ ਖਿਆਲ 26 ਜਨਵਰੀ ਦੀ ਗੱਲ ਆ, ਜਦੋਂ ਇੱਕ ਨੌਜਵਾਨ ਨੇ ਜਾ ਕੇ ਉੱਥੇ ਜਿਹੜਾ ਲਾਲ ਚੌਂਕ ਜਿਹੜਾ ਸੀ ਝੰਡਾ ਲਾਤਾ ਸੀਗਾ ਤੇ ਉਹਨੂੰ ਆਰਮੀ ਨੇ ਫੜ ਲਿਆ ਸੀਗਾ ਵੀ ਤੂੰ ਕੌਣ ਝੰਡਾ ਲਾਉਣਾ ਉੱਥੇ, ਕਿਉਂਕਿ ਉੱਥੇ ਤੁਸੀਂ ਉੱਥੇ ਸਾਡਾ ਜਿਹੜਾ ਤਿਰੰਗਾ ਦੀ ਤਿਰੰਗਾ ਚੱਲਦਾ, ਉਹਨਾਂ ਦੀ ਆਪਣੀ ਸਟੇਟ ਦਾ ਝੰਡਾ ਚੱਲਦਾ ਵਾ, ਉਹਨਾਂ ਦਾ ਵੱਖਰਾ ਸੰਵਿਧਾਨ ਆ, ਉਹਨਾਂ ਦੇ ਵੱਖਰੇ ਰੂਲ ਨੇ। ਤੇ ਚੰਗੀ ਗੱਲ ਆ ਜੇ ਗ੍ਰਹਿ ਮੰਤਰੀ ਨੇ ਇੰਨੀ ਹਿੰਮਤ ਕਰ ਲਈ ਆ ਤੇ ਇਹ ਵੀ ਹਿੰਮਤ ਕਰ ਲੈਣ ਵੀ ਜਾ ਕੇ ਤਿਰੰਗਾ ਲਾ ਕੇ ਫਿਰ ਪੂਰਨ ਰੂਪ ਦੇ ਵਿੱਚ ਉਹਨੂੰ ਜਿੱਥੇ ਰਾਜ ਦਾ ਦੇ ਨੇ। ਜੀ ਭੱਟੀ ਸਾਹਿਬ, ਅਗਲੀ ਗੱਲ ਕਰਾਂ ਤਾਂ ਪੰਜਾਬ ਵਿਧਾਨ ਸਭਾ ਦਾ ਜਿਹੜਾ ਮੌਨਸੂਨ ਸੈਸ਼ਨ ਸੀਗਾ 2 ਦਿਨ ਦਾ, ਉਹ ਕੱਲ੍ਹ ਉਹਦਾ ਦੂਸਰਾ ਤੇ ਆਖਰੀ ਦਿਨ ਸੀਗਾ। ਨਵਜੋਤ ਸਿੰਘ ਸਿੱਧੂ, ਸੁਖਪਾਲ ਸਿੰਘ ਖਹਿਰਾ, ਬਿਕਰਮਜੀਤ ਸਿੰਘ ਮਜੀਠੀਆ ਗੈਰ ਹਾਜ਼ਰ ਰਹੇ ਆ ਤੇ ਇਜਲਾਸ ਵੀ ਕੁਝ ਠੰਡਾ ਜਿਹਾ ਹੀ ਰਿਹਾ ਆ ਤੇ ਵਿਰੋਧੀ ਜਿਹੜੇ ਆ ਉਹ ਵੀ ਕੋਈ ਆਪਣਾ ਜਲਵਾ ਨਹੀਂ ਦਿਖਾ ਸਕੇ। ਕਿਵੇਂ ਤੁਸੀਂ ਦੇਖਦੇ ਹੋ ਇਸ ਬਹੁਤ ਹੀ ਛੋਟੇ ਮੌਨਸੂਨ ਸੈਸ਼ਨ ਨੂੰ? ਇੱਕ ਪਾਸੇ ਬੀਜੇਪੀ ਹੈ ਜੀ, ਪਿਛਲੇ ਆ ਜਿਹੜਾ ਸੈਸ਼ਨ ਚੱਲਿਆ ਵਾ ਬੀਜੇਪੀ ਦੇ ਐਮਐਲਏਆਂ ਦੀ ਇੱਕ 11 ਵਜੇ ਹਾਜ਼ਰੀ ਲੱਗਦੀ ਸੀ ਚਾਹ ਦੇ ਟਾਈਮ ਦੇ ਉੱਤੇ ਜੀ, ਇਹ ਸਾਰੇ ਪੂਰੇ ਨੇ। ਫਿਰ 4 ਵਜੇ ਲੱਗਦੀ ਸੀ, ਸਾਰੇ ਪੂਰੇ ਨੇ। ਜੇ ਕਿਸੇ ਐਮਪੀ ਨੂੰ ਕੋਈ ਜ਼ਰੂਰੀ ਕੰਮ ਹੁੰਦਾ ਸੀ ਤੇ ਹਾਈ ਕਮਾਂਡ ਨੂੰ ਉਹਦੀ ਛੁੱਟੀ ਲੱਗ ਜਾਣੀ ਪੈਂਦੀ ਲਿਖਤੀ ਤੌਰ 'ਤੇ ਮੈਨੂੰ 2 ਘੰਟੇ ਕੰਮ ਆ। ਲੇਕਿਨ ਸਾਡੇ ਇੱਥੇ ਮਜੀਠੀਆ ਸਾਹਿਬ ਨੇ ਕਿਹਾ ਜੀ, ਸਿੱਧੂ ਸਾਹਿਬ ਨੇ ਕਿਹਾ ਜੀ, ਖਹਿਰਾ ਸਾਹਿਬ ਨੇ ਕਿਹਾ। ਚਲੋ ਖਹਿਰੇ ਤੇ ਸਿੱਧੂ ਦੀ ਕੀ ਪ੍ਰੋਬਲਮ ਹੋ ਸਕਦੀ, ਮਜੀਠੀਆ ਸਾਹਿਬ ਦੀ ਕੀ ਪ੍ਰੋਬਲਮ ਸੀ? ਇਹਨਾਂ ਨੇ ਉੱਥੇ ਕੰਮ ਰੋਕੂ ਮਤੇ ਦੀ ਕੀਤੀ ਵੀ ਇਹਨਾਂ ਕੰਮ ਬੰਦ ਕਰੋ, ਸਾਡੀ ਗੱਲ ਸੁਣੋ ਕਲੋਜ਼ਰ ਰਿਪੋਰਟ ਤੇ। ਉਹਨਾਂ ਕਹਿੰਦੇ ਜੇ ਪਹਿਲਾਂ ਕੰਮ ਕਮੇਟੀ ਲਾਉਂਦੇ ਜ਼ੀਰੋ ਤੁਹਾਡੀ ਗੱਲ ਸੁਣਾਂਗੇ, ਇੰਨੀ ਗੱਲ ਤੋਂ ਬਾਈਕਟ ਕਰਕੇ ਆ ਗਏ ਜੀ। ਇਸੇ ਤਰ੍ਹਾਂ ਜਿਹੜੇ ਆਪ ਵਾਲੇ ਸੀ ਉਹਨੇ ਬਿਜਲੀ ਦੇ ਬਿੱਲਾਂ ਦੀ ਗੱਲ ਕੀਤੀ, ਨਹੀਂ ਗੱਲ ਸੁਣੀ ਬਾਈਕਟ ਕਰਕੇ। ਉਹ ਬਾਈਕਟ ਪਾਈ ਕਿਸੇ ਗੱਲ ਦਾ ਕੋਈ ਹਿੱਸਾ ਨਹੀਂ ਗੱਲ ਸੁਣਦੇ, ਬੈਠੋ ਸੁਣੋ ਵਿੱਚੋਂ ਵਿੱਚ ਟੋਕੋ, ਆਪਣੀ ਗੱਲ ਕਰੋ। ਤੁਸੀਂ ਕਿਉਂ ਨਹੀਂ ਕਰਦੇ? ਤੁਸੀਂ ਇਸ ਕਰਕੇ ਮੈਂ ਸੋਚਦਾ ਵੀ ਜਿਹੜਾ ਕੱਲ੍ਹ ਦਾ ਜਿਹੜਾ ਸਾਡਾ ਇਜਲਾਸ ਰਿਹਾ ਵਾ ਵਿਧਾਨ ਸਭਾ ਦਾ, ਬਿਲਕੁਲ ਠੰਡਾ ਤੇ ਬੇਸਿਕਲੀ ਡੱਲ ਕਲੀ ਤੋਂ ਕਥਨੀ ਨਹੀਂ ਹੋਊਗੀ ਜੀ। ਇਹਦੇ ਨਾਲ ਇੱਕ ਗੱਲ ਹੋਰ ਚੱਲਦੀ, ਜਿਹੜਾ ਰਾਤੀ ਇਹਨਾਂ ਨੇ ਕੈਪਟਨ ਸਾਹਿਬ ਨੇ ਆਪਣੇ ਬੁਲਾਈ ਸੀ ਡਿਪਲੋਮੇਸੀ ਸ਼ੁਰੂ ਕੀਤੀ ਸੀਗੀ, ਉਹਦੇ ਵਿੱਚ ਜਿਹੜੇ ਵਿਧਾਇਕ ਆ ਜਾਂ ਮੰਤਰੀ ਆ ਉਹਨਾਂ ਨੇ ਬੜੀਆਂ ਘੜ ਕੇ ਲਾਈਆਂ ਕੈਪਟਨ ਸਾਹਿਬ ਦੇ ਕੋਲੇ ਵੀ ਕੈਪਟਨ ਸਾਹਿਬ ਜੇ ਤੁਸੀਂ ਇੱਦਾਂ ਚੱਲਦੇ ਰਹੇ ਤਾਂ ਸਾਨੂੰ ਵੋਟ ਵਾੜੀ ਕਿਸੇ ਪਾਉਣੀ, ਛੱਡ ਦਿਓ ਖੜਾ ਬਾਦਲ। ਇੱਥੋਂ ਤਾਂ ਕਹਿਤਾ ਉਹਨਾਂ ਨੇ ਬਾਦਲਾਂ ਦਾ ਖੜਾ ਛੱਡ ਦਿਓ, ਜੇ ਕਾਂਗਰਸ ਪਾਰਟੀ ਬਚਾਉਣੀ ਤੇ ਆਪ ਬਚਣਾ ਜੀ ਤੇ ਸਾਨੂੰ ਵੀ ਬਚਾਉਣਾ ਜੀ। ਤੇ ਉੱਥੇ ਦੰਗ ਸੀ ਸੁਣ ਕੇ ਵੀ ਉਹ ਲੋਕ ਕਹਿ ਕੀ ਰਿਹਾ, ਲੇਕਿਨ ਕੈਪਟਨ ਸਾਹਿਬ ਨੇ ਕਿਸੇ ਵੀ ਸਵਾਲ ਦਾ ਕੋਈ ਜਵਾਬ ਦਿੱਤਾ ਨਹੀਂਗਾ ਜੀ, ਤੇ ਜਵਾਬ ਹੈ ਹੀ ਨਹੀਂ ਸੀ, ਦੇਣਾ ਕੀ ਸੀਗਾ ਜੀ। ਇਹ ਵੀ ਗੱਲ ਕਹੀ ਗਈ ਕਿ ਤੁਸੀਂ ਇਹ ਕਹਿੰਦੇ ਹੋ ਵੀ ਜੇ ਬਾਦਲਾਂ ਸਾਹਿਬ ਅਸੀਂ ਕਾਰਵਾਈ ਕੀਤੀ ਆਉਣ ਵਾਲੇ ਸਮੇਂ ਜਿਹੜਾ ਵਾ ਉਹ ਫਿਰ ਸਿਮਤੀ ਮਿਲ ਜੂਗੀ ਜੀ। ਉਹਨਾਂ ਕਿਹਾ ਵੀ ਇਹ ਸਿਮਤੀ ਉਦੋਂ ਮਿਲ ਗਈ ਸੀ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ, ਇਹ ਗੁਰੂ ਦੀ ਬੇਅਦਬੀ ਦਾ ਕੇਸ, ਇੱਥੇ ਸਿਮਤੀ ਮਿਲਣ ਦੀ ਕੋਈ ਆਸ ਨਹੀਂ। ਤੁਸੀਂ ਕਾਰਵਾਈ ਕਰੋ, ਦੋਸ਼ੀ ਫੜ ਕੇ ਅੰਦਰ ਦਿਓ, ਜੇ ਨਹੀਂ ਕਰੋਗੇ ਤੇ ਫਿਰ ਆ ਨੁਕਸਾਨ ਤੁਹਾਡਾ ਵੀ ਹੋਊ, ਸਾਡਾ ਵੀ ਹੋਊ ਤੇ ਪਾਰਟੀ ਦਾ ਹੋਊ ਜੀ। ਬਿਲਕੁਲ ਭੱਟੀ ਸਾਹਿਬ, ਬਾਦਲ ਤੇ ਆਮ ਆਦਮੀ ਪਾਰਟੀ ਦਾ ਚਿਹਰਾ ਜਿਹੜਾ ਆ ਉਹ ਵੀ ਵਿਧਾਨ ਸਭਾ ਦੇ ਵਿੱਚ ਕਹਿ ਲਿਆ ਜਾਵੇ ਤਾਂ ਨੰਗਾ ਹੋਇਆ ਆ, ਜਾਂ ਕਿਹੜੇ ਤਰੀਕੇ ਨਾਲ ਨੰਗਾ ਹੋਇਆ ਆ? ਮੈਂ ਚਾਹੁੰਦਾ ਕਿ ਇਸ ਦੇ ਉੱਤੇ ਵੀ ਚਾਨਣਾ ਪਾਓ ਥੋੜ੍ਹਾ ਜਿਹਾ। ਜਿਹੜੀ ਗੱਲ ਤੁਸੀਂ ਇਹ ਕੀਤੀ ਹੈ ਜੀ ਬਾਦਲ ਤੇ ਆਪ ਦੀ, ਆਮ ਆਦਮੀ ਪਾਰਟੀ ਇੱਕ ਪਾਸੇ ਦਿੱਲੀ ਨੂੰ ਪੂਰੀ ਸਟੇਟ ਦਾ ਦਰਜਾ ਮੰਗ ਰਹੀ ਹੈ, ਦੂਜੇ ਪਾਸੇ ਕਸ਼ਮੀਰ ਦਾ ਦਰਜਾ ਜੋ ਖੋਇਆ ਗਿਆ ਤਾਂ ਉਹਨੇ ਸਵਾਗਤ ਕੀਤਾ ਜੀ। ਕੇਜਰੀਵਾਲ ਸਾਹਿਬ ਹੁਣ ਕਿਹੜੇ ਮੂੰਹ ਨਾਲ ਲੋਕਾਂ 'ਚ ਜਾਣਗੇ ਵੀ ਇੱਕ ਸਟੇਟ ਦੇ ਵਿੱਚ ਤੁਸੀਂ ਦੋਹਰੇ ਮਾਪਦੰਡ ਬਣਾ ਰਹੇ ਹੋ। ਆਪਣੀ ਸਟੇਟ ਕਿਹਨੇ ਪੂਰਾ ਦਰਜਾ ਦਿੱਤਾ ਜਾਵੇ, ਜੇ ਜੰਮੂ ਕਸ਼ਮੀਰ ਆ ਉਹਦਾ ਪੂਰਾ ਦਰਜਾ ਖੋਏਗਾ ਤੁਸੀਂ ਸਵਾਗਤ ਕਰ ਰਹੇ ਹੋ ਜੀ। ਇਸੇ ਤਰ੍ਹਾਂ ਬਾਦਲ, ਜਿਹੜਾ ਬਾਦਲ ਦਲ, ਅਕਾਲੀ ਦਲ ਇਸ ਕਰਕੇ ਨਹੀਂ ਕਹੂੰਗਾ ਵੀ ਅਕਾਲੀ ਦਲ ਬੜੀ ਦੇਰ ਪਹਿਲਾਂ ਗੁਜ਼ਰ ਚੁੱਕਾ ਵਾ ਜੀ। ਬਾਦਲ ਦਲ ਨੇ ਜਿਹੜੀ ਆ ਕਿਆ ਕੱਲ੍ਹ ਸਪੋਰਟ ਕੀਤੀ ਆ ਜੀ ਵੀ ਜੋ ਕੀਤਾ ਠੀਕ ਕੀਤਾ, ਕਸ਼ਮੀਰ ਦੇ ਵਿੱਚ ਸਰਕਾਰ ਨੇ ਜੋ ਕੀਤਾ ਅਸੀਂ ਸਪੋਰਟ ਕਰਦੇ ਹਾਂ ਜੀ, ਸਿਰਫ ਇੱਕ ਮੰਤਰੀਸ਼ਿਪ ਵਾਸਤੇ, ਸਿਰਫ ਇੱਕ ਮੰਤਰੀਸ਼ਿਪ ਵਾਸਤੇ ਜੀ। ਲੇਕਿਨ ਅੱਜ ਤੋਂ ਤੁਸੀਂ ਪਿੱਛੇ ਚੱਲ ਜਾਓ, ਅਕਾਲੀਆਂ ਨੇ ਮੋਰਚੇ ਲਾਏ ਸੀ ਸੰਘੀ ਢਾਂਚੇ ਵਾਸਤੇ ਜੀ, ਸ਼ੁਰੂ ਇਹਨਾਂ ਕੀਤੇ ਸੀ, ਲੋਕ ਜੇਲ੍ਹਾਂ 'ਚ ਗਏ ਸੀ। ਜੇ ਅੱਜ ਬਾਦਲ ਦਾ ਉਸ ਸੰਘੀ ਢਾਂਚੇ ਦਾ ਗਲਾ ਘੁੱਟ ਕੇ
ਸਪੋਰਟ ਕਰ ਰਿਹਾ, ਗਲਤ ਸਪੋਰਟ ਕਰ ਰਿਹਾ ਵਾ ਉਹਦੀ ਬੀਜੇਪੀ ਦੀ। ਜੀ ਜੀ ਤੇ ਆਉਣ ਵਾਲੇ ਸਮੇਂ 'ਚ ਬਾਦਲ ਦਾ ਇਹ ਸੋਚ ਲੇ ਜੀ ਵੀ ਲੋਕ ਬਹੁਤ ਸਿਆਣੇ ਨੇ, ਜੀ ਸਭ ਕੁਝ ਵੇਖਦੇ ਨੇ, ਸਮਝਦੇ ਨੇ। ਜੋ ਹਾਲ ਤੁਹਾਡਾ 2017 'ਚ ਹੋਇਆ ਵਾ, 2019 'ਚ ਹੋਇਆ ਵਾ, ਉਦੋਂ ਮਾੜਾ ਹੀ ਹੋਏਗਾ, ਚੰਗਾ ਨਹੀਂ ਹੋਏਗਾ। ਭੱਟੀ ਸਾਹਿਬ, ਕੈਪਟਨ ਅਮਰਿੰਦਰ ਸਿੰਘ ਨੇ ਇਹ 'ਤੇ ਪ੍ਰਤੀਕਰਮ ਦਿੱਤਾ ਜਿਹੜਾ ਕਸ਼ਮੀਰ ਦਾ ਮਾਮਲਾ ਸੀਗਾ, ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਆ ਕਿ ਇਹ ਬਹੁਤ ਮੰਦਭਾਗਾ ਫੈਸਲਾ ਆਇਆ, ਅਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕੀਤੀ ਆ ਕਿ ਇਸ ਦਾ ਨਾ ਤਾਂ ਵਿਰੋਧ ਕੀਤਾ ਜਾਵੇ ਅਤੇ ਨਾ ਹੀ ਇਸ ਦੀ ਖੁਸ਼ੀ ਮਨਾਈ ਜਾਵੇ। ਬਿਲਕੁਲ ਜੀ, ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਤੇ ਜ਼ਰੂਰ ਰੋਸ ਪ੍ਰਗਟ ਕੀਤਾ ਵੀ ਸਰਕਾਰ ਦਾ ਉੱਥੇ ਕੰਮ ਕਰਨ ਦਾ ਤਰੀਕਾ ਗਲਤ ਜੀ, ਇਹ ਅਸੀਂ ਵੀ ਕਰਾਂਗੇ ਵੀ ਜੋ ਸਰਕਾਰ ਨੇ ਜਿਸ ਤਰੀਕੇ ਨਾਲ ਉੱਥੇ ਕੀਤਾ ਉਹ ਗਲਤ ਤਰੀਕੇ ਨਾਲ ਕੀਤਾ ਜੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਵੀ ਇੱਥੇ ਕੋਈ ਲੱਡੂ ਨਾ ਵੰਡੇ ਜਾਣ, ਕੋਈ ਕਿਸੇ ਕਿਸਮ ਦਾ ਝਗੜਾ ਨਾ ਕੀਤਾ ਜਾਵੇ, ਇਹਨੂੰ ਵਾਚ ਕੀਤਾ ਜਾਵੇ ਕੀ ਹੈ ਕੀ ਨਹੀਂ ਹੋ ਰਿਹਾ ਜੀ। ਲੇਕਿਨ ਕੱਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੇ ਦੋ ਧੜੇ ਆਮੋ ਸਾਹਮਣੇ ਹੋ ਗਏ ਸੀਗੇ, ABP ਵਾਲਾ ਤੇ ਜਿਹੜੇ ਦੂਸਰਾ ਕਨੂਪ੍ਰਿਆ ਵਾਲਾ, ਉਹ ਧੜੇ ਇੱਕ ਕਹਿੰਦਾ ਸੀ ਵੀ ਜੋ ਹੋ ਰਿਹਾ ਗਲਤ ਹੋ ਰਿਹਾ ਵਾ, ਅਸੀਂ ਜਾਵਾਂਗੇ ਉਹ UN ਨੂੰ ਜਾਵਾਂਗੇ, ਦੂਜਾ ਧੜਾ ਕਹਿੰਦਾ ਠੀਕ ਕੀਤਾ, ਤੁਸੀਂ ਗਲਤ ਪਾਉਣ ਵਾਲੇ ਹੁੰਦੇ ਹੋ। ਲੇਕਿਨ ਪੁਲਿਸ ਨੇ ਜਿਹੜਾ ਸੀ ਮੌਕੇ 'ਤੇ ਪਹੁੰਚ ਕੇ ਦੋਵਾਂ ਦੇ ਵਿੱਚ ਜਿਹੜਾ ਸੀ ਟਕਰਾਅ ਹੁੰਦਾ ਬਚਾ ਲਿਆ। ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਠੀਕ ਕਿਹਾ, ਆਪਣੀ ਪਾਰਟੀ ਲਾਈਨ 'ਤੇ ਉਹਨਾਂ ਕਿਹਾ ਵੀ ਇਹ ਅਸੀਂ ਇਹਦੇ ਖਿਲਾਫ ਹਾਂ ਜੀ, ਤੇ ਨਾਲ ਜਿਹੜੇ ਲੋਕਾਂ ਨੂੰ ਸੰਦੇਸ਼ ਦਿੱਤਾ ਵੀ ਕੋਈ ਲੱਡੂ ਨਾ ਵੰਡੇ ਜਾਣ, ਜੇ ਕੋਈ ਇਹੋ ਜਿਹੀ ਹਰਕਤ ਕਰਦਾ ਤੇ ਪੁਲਿਸ ਨੂੰ ਜਦੋਂ ਸਾਰੇ ਉਹਨਾਂ ਦੇ ਅਧਿਕਾਰੀਆਂ ਦੀ ਮੀਟਿੰਗ ਕਰਕੇ ਕਹਿ ਦਿੱਤਾ ਵੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ। ਚੰਗੀ ਗੱਲ ਆ, ਇੱਕ ਚੀਜ਼ ਨੂੰ ਵੇਖ ਕੇ ਦੂਜੀ ਚੀਜ਼ ਜਿਹੜੀ ਆ ਉਹ ਫਿਰ ਮੇਰੇ ਹਾਲਾਤ ਖਰਾਬ ਹੁੰਦੇ ਆ ਜੀ। ਅੱਜ ਪੰਜਾਬ ਦੇ ਵਿੱਚ ਜਿਹੜੀ ਮੁਸਲਮਾਨਾਂ ਦੀ ਗਿਣਤੀ ਘੱਟ ਨਹੀਂ, ਲੱਖਾਂ 'ਚ ਗਿਣਤੀ ਆ, ਜੇ ਉਹ ਵੇਖਣਗੇ ਤੇ ਉਹਦੇ ਅਸਰ ਮਾੜਾ ਹੋਊਗਾ। ਲੇਕਿਨ ਅਸੀਂ ਕਦੀ ਵੀ ਮੁੱਦੇ ਦੀ ਡੂੰਘਾਈ ਤੱਕ ਨਹੀਂ ਜਾਂਦੇ। ਅਸੀਂ ਧਾਰਮਿਕ ਤੌਰ 'ਤੇ, ਅਸੀਂ ਜਾਤੀ ਤੌਰ 'ਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਰਹਿੰਦੇ ਹਾਂ। ਅਸੀਂ ਕਿਸੇ ਮੁੱਦੇ ਤੋਂ ਡੂੰਘਾਈ ਜਾਣਾ ਸ਼ੁਰੂ ਕਰ ਦਿੱਤਾ, ਉਦੋਂ ਸਾਡੇ ਕਈ ਮਸਲੇ ਆਪਣੇ ਆਪ ਹੱਲ ਹੋ ਜਾਣਗੇ ਜੀ। ਭੱਟੀ ਸਾਹਿਬ, ਜਿਵੇਂ ਕਸ਼ਮੀਰ ਦਾ ਮਸਲਾ ਸੀਗਾ, ਇਸ ਨੂੰ ਲੈ ਕੇ ਗੱਲ ਕਰੀਏ ਤਾਂ ਇਹ ਚਰਚਾ ਛਿੜੀ ਹੋਈ ਆ ਕਿ ਹੁਣ ਕਸ਼ਮੀਰ ਦੇ ਵਿੱਚ ਕੰਕਰੀਟ ਤੇ ਜੰਗਲ ਜਿਹੜੇ ਆ ਉਹ ਸਾਰੇ ਜਾਣਗੇ, ਅਤੇ ਭਾਜਪਾ ਜਿਹੜੀ ਆ ਉਹਨਾਂ ਨੇ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਫੁੰਡੇ ਆ। ਜਿਹੜੀ ਭਾਜਪਾ ਜੀ ਪਹਿਲਾ ਨਿਸ਼ਾਨਾ ਤੋਂ ਇਹ ਫੁੰਡਿਆ ਵੀ ਉੱਥੋਂ 300 ਧਾਰਾ 70 ਤੇ 35 ਇਹ ਖਤਮ ਕੀਤੀ ਜੀ, ਤੇ ਬਹੁਤ ਸਾਰੇ ਹਿੰਦੂ ਲੋਕਾਂ ਨੇ ਖੁਸ਼ੀ ਮਨਾਈ। ਬਾਕੀ ਕਮਿਊਨਿਟੀ ਭਾਵੇਂ ਚੁੱਪ ਨੇ ਜੀ, ਉਹਨਾਂ ਨੇ ਖੁਸ਼ੀ ਮਨਾਈ। ਜੰਮੂ ਕਸ਼ਮੀਰ ਦੇ ਵਿੱਚ ਇਸ ਵੇਲੇ ਜਿਹੜੇ ਲੋਕ ਨੇ 68% ਦੀ ਆਬਾਦੀ ਮੁਸਲਮਾਨਾਂ ਦੀ ਆ ਜੀ, 28% ਦੀ ਜਿਹੜੀ ਆਬਾਦੀ ਆ ਉਹ ਹਿੰਦੂਆਂ ਦੀ ਆ, ਜਿਹੜੀ 2% ਦੀ ਆਬਾਦੀ ਆ ਉਹ ਸਿੱਖਾਂ ਦੀ ਆ। ਸਿੱਖਾਂ ਦੇ ਕਸ਼ਮੀਰ ਦੇ ਵਿੱਚ 200 ਦੇ ਕਰੀਬ ਪਿੰਡ ਨੇ ਛੋਟੇ ਛੋਟੇ ਜਿਹੜੇ ਹੈਗੇ ਉੱਥੇ ਜੀ। ਉੱਥੇ ਜਿਹੜੇ ਸਿੱਖ ਨੇ ਵਧੇਰੇ ਕਰਕੇ ਖੇਤੀਬਾੜੀ ਜਾਂ ਟਰਾਂਸਪੋਰਟਰ ਨੇ ਜੀ, ਜਾਂ ਡਰਾਈਵਰ ਨੇ, ਉਹ ਕੰਮ ਕਰਦੇ ਨੇ ਜੀ ਜੀ। ਤੇ ਇਸ ਕਰਕੇ ਅਸੀਂ ਕਹਿੰਦੇ ਵੀ ਸਿੱਖਾਂ ਨੇ ਉੱਥੇ ਜੇ ਆਪਣੀ ਉੱਥੇ 35 ਸਿੱਖ ਮਾਰੇ ਜਾਣ ਦੇ ਬਾਵਜੂਦ ਹੀ ਆਪਣੇ ਆਪ ਦੀ ਉਹਨਾਂ ਦੀ ਹੋਂਦ ਵਾਲੀ ਰੱਖੀ ਆ, ਚੰਗੀ ਗੱਲ ਆ। ਲੇਕਿਨ ਉੱਥੋਂ ਕਸ਼ਮੀਰ ਦੇ ਸਿੱਖ ਵਾਪਸ ਆ ਗਏ, ਹਿੰਦੂ ਵਾਪਸ ਆ ਗਏ ਸੀ ਹਾਲਾਤ ਵੇਖ ਕੇ ਜੀ। ਹੁਣ ਇਹਨਾਂ ਨੇ ਕੀ ਕੀਤਾ ਵੀ ਇੱਕ ਤੇ ਲੋਕਾਂ ਨੂੰ ਖੁਸ਼ ਕਰ, ਹਿੰਦੂਆਂ ਨੂੰ ਖੁਸ਼ ਕਰ ਲਿਆ ਆਪਣੀ ਅਗਲੀਆਂ ਵੋਟਾਂ ਵਾਸਤੇ ਜੀ, ਧਾਰਾ 370 ਤੇ 35 ਖਤਮ ਕਰਕੇ। ਦੂਸਰਾ ਪੂਰੇ ਕਰਫਿਊ ਲਾਤਾ ਉੱਥੇ, ਹਰ ਘਰ ਦੇ ਕੇ 4 ਬੰਦੇ ਖੜੇ ਕਰਦੇ ਪੁਲਿਸ ਦੇ, ਬਾਹਰ ਨਹੀਂ ਨਿਕਲਣਾ। ਤੀਜਾ ਉੱਥੋਂ ਪੁਲਿਸ ਕੋਲ ਹਥਿਆਰ ਖੋਲ੍ਹੇ। ਤੇ ਚੌਥਾ ਸਭ ਤੋਂ ਵੱਡਾ ਕੰਮ ਜਿਹੜਾ ਇਹਨਾਂ ਕੀਤਾ ਵਾ, ਜਿਹੜੇ ਕਾਰਪੋਰੇਟ ਘਰਾਣੇ ਉਹਨਾਂ ਨੂੰ ਖੁਸ਼ ਕਰ ਲਿਆ। ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਤੇ ਇਹ ਕਾਰਵਾਈ ਕੀਤੀ ਗਈ, ਕਿਉਂਕਿ ਕਾਰਪੋਰੇਟ ਘਰਾਣੇ ਚਾਹੁੰਦੇ ਆ ਵੀ ਉਸ ਵਾਦੀ 'ਤੇ ਜਾ ਕੇ ਅਸੀਂ ਆਪਣੀਆਂ ਵੱਡੇ ਵੱਡੇ ਮਾਲ ਬਣਾਈਏ ਜੀ, ਅਸੀਂ ਵੱਡੀ ਵੱਡੀ ਇੰਡਸਟਰੀ ਲਾਈਏ ਜੀ। ਤੇ ਜੇ ਇਹ ਗੱਲ ਹੁੰਦੀ ਆ, ਪਹਿਲੀ ਗੱਲ ਤੇ ਜੇ ਮੈਨੂੰ ਲੱਗਦਾ ਨਹੀਂ ਵੀ ਜਲਦੀ ਹਾਲਾਤ ਸ਼ਾਂਤ ਹੋਣ, ਜੇ ਹਾਲਾਤ ਸ਼ਾਂਤ ਹੁੰਦੇ ਆ ਤੇ ਕਾਰਪੋਰੇਟ ਜਾ ਕੇ ਤੇ ਕਰਦੇ, ਤੇ ਕਸ਼ਮੀਰ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਬਜ਼ਾ ਉਹ ਕਾਰਪੋਰੇਟਾਂ ਦਾ ਹੋਏਗਾ। ਜਿਹੜੇ ਲੋਕਲ ਵਸਨੀਕ ਆ, ਜਿਵੇਂ ਆਦੀਵਾਸੀ ਇੱਥੇ ਹੁੰਦੇ ਸੀ, ਜਿਹੜੇ ਮੂਲ ਵਾਸੀ ਸੀ ਕਹਿੰਦੇ ਹਿੰਦੁਸਤਾਨ ਦੇ ਵਿੱਚ, ਉਹਨਾਂ ਨੂੰ ਬਾਹਰੋਂ ਆਏ ਆਰੀਅਨ ਉਹਨਾਂ ਕੁੱਟ ਕੇ ਜੰਗਲਾਂ 'ਚ ਵਾੜ ਦਿੱਤਾ ਤੇ ਉਹ ਮਾਲਕ ਬਣ ਕੇ ਬੈਠੇ। ਉਸੇ ਤਰ੍ਹਾਂ ਹੀ ਕਸ਼ਮੀਰ 'ਚ ਹੋਏਗਾ। ਹੁਣ ਉਹ ਵਿਚਾਰੇ ਕੁੱਟ ਕੱਟ ਕੇ ਕੱਢ ਦਿੱਤੇ ਜਾਣਗੇ, ਉੱਥੇ ਜਿਹੜੇ ਤੁਹਾਡੇ ਇਹ ਕਾਰਪੋਰੇਟ ਵਾਲੇ ਆ ਉਹ ਜਾ ਕੇ ਕਬਜ਼ਾ ਕਰਨਗੇ। ਭੱਟੀ ਸਾਹਿਬ, ਕੀ ਕਸ਼ਮੀਰੀ ਜਿਹੜੇ ਆ ਉਹ ਇੱਕ ਵਾਰ ਤੁਹਾਨੂੰ ਲੱਗਦਾ ਕਿ ਹੰਬਲਾ ਮਾਰਨਗੇ ਇੱਕ ਵਾਰ ਫਿਰ ਆਪਣੇ ਅਧਿਕਾਰ ਜਿਹੜੇ ਆ ਉਹ ਲੈਣ ਵਾਸਤੇ, ਜਾਂ ਫਿਰ ਦਬਾ ਦਿੱਤਾ ਜਾਏਗਾ ਸਖਤੀ ਨਾਲ? ਵੇਖੋ ਜੀ, ਹਾਲ ਦੀ ਘੜੀ ਦਬਾਏ, ਤੁਹਾਨੂੰ ਪਹਿਲਾਂ ਕਹਿ ਦਿੱਤਾ ਵੀ 1984 ਦੇ ਸਾਕਾ ਨੀਲਾ ਤਾਰਾ ਦੇ ਟਾਈਮ ਦੇ ਤੇ ਜੋ ਇੰਦਰਾ ਗਾਂਧੀ ਨੇ ਕੀਤਾ, ਪੂਰੇ ਪੰਜਾਬ ਨੂੰ ਸੀਲ ਕੀਤਾ, ਅੱਜ ਉਹੀ ਹਾਲਤ ਲਈ ਜੰਮੂ ਕਸ਼ਮੀਰ ਦੇ ਵਿੱਚ ਆ। ਤੇ ਜੇ ਕਿਤੇ ਜੇ ਆਉਣ ਵਾਲੇ ਸਮਾਂ ਦੱਸੇਗਾ, ਮੈਂ ਤਾਂ ਪਹਿਲਾਂ ਵੀ ਕਹਿਤਾ ਵੀ ਉਹ ਪਹਾੜੀ ਏਰੀਆ ਵਾ, ਉੱਥੋਂ ਦਾ ਇੱਥੋਂ ਦਾ ਫਰਕ ਆ। ਤੇ ਮੈਨੂੰ ਉਮੀਦ ਆ ਵੀ ਇੱਕ ਵਾਰੀ ਤਾਂ ਗੜਬੜ ਹੋਏਗੀ, ਇਹ ਦਬਾ ਲੈਣਗੇ। ਤੇ ਜੇ ਅਫਗਾਨਿਸਤਾਨ ਲਈ ਹਾਲ ਬਣ ਗਈ
तो फिर सरकार लिए मुश्किल भी हो सकता जी। इस नाल पट्टी साहब गल करिए तो पत्रकारी की आज़ादी वास्ते बड़े सवाल जोड़े आ समय समय ते चुकते रहे रवीश कुमार। सो वो NDTV दे नाल जुड़े हुए आ। सो उन्होंने कहा कि मोदी दी जिहड़े हक दे विच गल कीती जांदी आ मीडिया वालों वो गोदी मीडिया बन गया आ, मोदी दी गोदी दे विच जाके बह गया उहदी गल करदा है। सो इस चीज़ नूं लैके ते होर बहुत सारे अहम मुद्दे लोगों दीयां गल्लां लैके उन्होंने जिहड़ी चर्चा है वो लगातार कीती है पिछले कई सालों तो। सो उन्होंने एक पुरस्कार जिहड़ा है वो दिता जा रहा है रेमन मैगसेसे जिहड़ा अवार्ड आ वो दिता जा रहा। सो उस अवार्ड नूं रवीश कुमार नूं मिलण ते तुसीं की महसूस करते हो, किवें इस चीज़ नूं देखते हो ते पत्रकारी दा जिहड़ा ग्राफ डिग्गा आ पिछले समय दे विच खास तौर दे उत्ते जदों दी भाजपा सरकार बनी आ उदों दा, सो वो किवें तुसीं सारा इत्ते देखते हो? जित्थों तक रवीश कुमार की गल करते हैं जी, रवीश कुमार जिहड़ा वो किसी सन्मान का जां अवार्ड का मुताश नहीं जी, ਉਹਦੀ अपनी सोचनी ਉਹਦੀ ਕੰਮ ਕਰਨ ਦਾ तरीका ਵੱਖਰਾ। ਜਾਰਜ ਉਰਵਲ ਨੇ ਕਿਹਾ ਸੀਗਾ जी, ਜਦੋਂ ਚਾਰੇ ਪਾਸੇ ਕੂੜ ਪ੍ਰਚਾਰਿਆ ਜਾਂਦਾ ਜਾ ਰਿਹਾ ਹੋਵੇ ਤਾਂ ਸੱਚ ਬਿਆਨ ਕਰਨਾ ਵੀ ਇਨਕਲਾਬੀ ਕਦਮ ਹੁੰਦਾ। ਉਹ ਕਦਮ ਪਿਛਲੇ ਸਮੇਂ 'ਚ ਰਵੀਸ਼ ਕੁਮਾਰ ਨੇ ਪੁੱਟਿਆ। ਰਵੀਸ਼ ਕੁਮਾਰ ਨੇ ਸਰਕਾਰ ਦੀ ਹਰ ਗੱਲ ਨੂੰ ਨੰਗਿਆ ਕੀਤਾ। ਜੀ, ਰਵੀਸ਼ ਕੁਮਾਰ ਦਾ ਜਨਮ 1974 ਦਾ ਵਾ। 22 ਸਾਲ ਦੀ ਉਮਰ ਦੇ ਵਿੱਚ 1996 ਵਿੱਚ ਪਹਿਲੀ ਵਾਰੀ ਉਹਨੇ TV ਜੁਆਇਨ ਕੀਤਾ ਤੇ ਡਿਊਟੀ ਉਹਦੀ ਹੁੰਦੀ ਸੀ ਕਟਿੰਗ ਵਾਸਤੇ। ਵੈਲ ਐਜੂਕੇਟਡ ਪਰਸਨ ਆ, ਅਖਬਾਰਾਂ ਦੀ ਕਟਿੰਗ ਵਾਸਤੇ। ਜੀ, ਉੱਥੋਂ ਤਰੱਕੀ ਕਰਦਾ ਕਰਦਾ ਉਹ NDTV ਦਾ ਮੈਨੇਜਿੰਗ ਡਾਇਰੈਕਟਰ ਬਣਿਆ। ਜੀ, ਮੈਨੇਜਿੰਗ ਡਾਇਰੈਕਟਰ ਬਣ ਕੇ ਉਹਨੂੰ ਬੜੀਆਂ ਜਿਹੜੀਆਂ ਧਮਕੀਆਂ ਆਈਆਂ, ਜਿਹੜੀ ਮੋਦੀ ਦੀ ਟਰੋਮੀ ਫੌਜ ਹੈਗੀ ਆ ਜੀ, ਉਹਨੇ ਧਮਕੀਆਂ ਦਿੱਤੀਆਂ, ਲੇਕਿਨ ਉਹ ਡਰਿਆ ਨਹੀਂ। ਜੀ, ਉਹ ਆਪਣਾ ਕੰਮ ਕਰਦਾ ਰਿਹਾ। ਲੇਕਿਨ ਜਿਹੜੀ ਇਨਕਲਾਬੀ ਸ਼ਕਤੀਆਂ ਸੀ ਉਹਦੀ ਪਿੱਠ ਤੇ ਖੜੀਆਂ ਰਹੀਆਂ। ਜੀ, ਫਿਰ ਰਵੀਸ਼ ਅਸੀਂ ਤੇਰੇ ਨਾਲ ਆ। ਜੀ, ਕਨਈਆ ਕੁਮਾਰ ਵਰਗੇ ਉਹਦੇ ਨਾਲ ਰਹੇ। ਜੀ, ਇਸ ਕਰਕੇ ਰਵੀਸ਼ ਵੀ ਉਸੇ ਸਟੇਟ ਦਾ ਜਿੱਥੋਂ ਕਨਈਆ ਵਾ। ਰਵੀਸ਼ ਵੀ ਬਿਹਾਰ ਦਾ ਵਾ। ਜੀ, ਬਿਹਾਰ ਦੇ ਵਿੱਚ ਪੜ੍ਹਿਆ, ਬਿਹਾਰ ਦੇ ਖੇਡਿਆ, ਮੁੜ ਕੇ ਦਿੱਲੀ ਆ ਕੇ ਪੜ੍ਹਿਆ, ਦਿੱਲੀ 'ਚ ਪ੍ਰਵਾਨ ਚੜ੍ਹਿਆ। ਤੇ ਅੱਜ ਰਵੀਸ਼ ਜਿਸ ਉਹ ਪਹੁੰਚ ਚੁੱਕਾ, ਮੰਜ਼ਿਲ ਤੇ ਪਹੁੰਚ ਚੁੱਕਾ ਵਾ, ਜਿਸ ਸਿਖਰ ਤੇ ਪਹੁੰਚ ਚੁੱਕਾ ਵਾ, ਉਹ ਇੱਕ ਵਾਕਈ ਪੱਤਰਕਾਰ ਵਾਸਤੇ ਮਾਣ ਵਾਲੀ ਗੱਲ ਆ। ਜੀ, ਤੇ ਰਵੀਸ਼ ਕੁਮਾਰ ਨੂੰ ਜਿਹੜੇ ਫਿਲੀਪੀਨ ਦੇ ਰਾਸ਼ਟਰਪਤੀ ਆ ਰੇਮਨ ਮੈਗਸੇਸੇ, ਜੀ, ਉਹ ਅਵਾਰਡ ਦਿੱਤਾ ਜਾਂਦਾ। ਜੀ, ਉਹ ਅਵਾਰਡ ਜਿਹੜੇ ਹੁਣ ਤੱਕ ਅੱਜ ਤੱਕ ਸਿਰਫ 5 ਭਾਰਤੀਆਂ ਨੂੰ ਮਿਲਿਆ ਵਾ। ਏਸ਼ੀਆ ਦਾ ਨੋਬਲ ਪੁਰਸਕਾਰ ਵੀ ਕਿਹਾ ਜਾਂਦਾ ਹੈ। ਏਸ਼ੀਆ ਨੂੰ ਬਿਲਕੁਲ ਜੀ, ਜੀ, ਏਸ਼ੀਆ ਦਾ ਨੋਬਲ ਪੁਰਸਕਾਰ ਕਿਹਾ ਜਾਂਦਾ ਵਾ। ਜੀ, ਜੀ, ਪਹਿਲੇ ਜਿਹੜੇ ਸਾਡੇ ਸੇ ਅਮਿਤਾਭ ਚੌਧਰੀ ਸੀ 1961 'ਚ ਉਹਨਾਂ ਨੂੰ ਮਿਲਿਆ ਸੀਗਾ। ਜੀ, ਦੂਸਰੇ BG ਵਰਗਸਨ 1975 'ਚ ਉਹਨਾਂ ਨੂੰ ਮਿਲਿਆ ਸੀ। ਤੀਸਰੇ ਅਰਨ ਛੋਰੀ ਸੀਗੇ ਜੀ, 1982 'ਚ ਉਹਨਾਂ ਨੂੰ ਮਿਲਿਆ ਸੀਗਾ। ਜੀ, ਤੇ RK ਲਕਸ਼ਮਣ ਨੂੰ 1984 'ਚ ਮਿਲਿਆ ਸੀ ਤੇ P ਸਾਈਨਾਥ ਨੂੰ ਜਿਹੜਾ ਸੀ 2007 'ਚ ਮਿਲਿਆ ਸੀਗਾ। ਇਹਦੇ ਨਾਲ ਰਵੀਸ਼ ਕੁਮਾਰ ਨੂੰ ਹੋਰ ਹੀ ਅਵਾਰਡ ਮਿਲਿਆ। ਜੀ, ਜਿਹੜੀ ਗਣੇਸ਼ ਵਿਦਿਆਰਥੀ ਜਿਹੜਾ ਹੈਗਾ ਸੀ ਪੁਰਸਕਾਰ ਉਹ ਵੀ ਮਿਲਿਆ ਸੀਗਾ। ਜੀ, ਫਿਰ ਰਾਮਨਾਥ ਗੋਇੰਦਕਾ ਅਵਾਰਡ ਮਿਲੇ ਸੀਗੇ। ਇਸ ਤਰ੍ਹਾਂ ਹੋਰ ਹੀ ਅਵਾਰਡ ਮਿਲੇ ਆ। ਜੀ, ਲੇਕਿਨ ਇਹ ਅਵਾਰਡ ਜਿਹੜਾ ਨੋਬਲ ਏਸ਼ੀਆ ਨੋਬਲ ਅਵਾਰਡ ਕਿਹਾ, ਇਹ ਮਿਲਣਾ ਵੱਡੀ ਗੱਲ ਆ। ਲੇਕਿਨ ਰਵੀਸ਼ ਜਿਹੜਾ ਵਾ ਕਿਸੇ ਵੀ ਅਵਾਰਡ ਦਾ ਮੁਹਤਾਜ ਨਹੀਂ। ਜੀ, ਤੇ ਮੈਂ ਸੋਚਦਾ ਵੀ ਇਹ ਜਿਹੜੀ ਆ ਉਹ ਫੈਡਰੇਸ਼ਨ ਆ ਉਹਦੀ ਜੀ, ਜਿਹੜੀ ਅਵਾਰਡ ਦੇਣ ਵਾਲੀ ਆ, ਉਹਨੇ ਸਹੀ ਸਮੇਂ ਤੇ ਸਹੀ ਵਿਅਕਤੀ ਤੇ ਸਹੀ ਫੈਸਲਾ ਲਿਆ। ਜੀ। ਸੋ ਬਿਲਕੁਲ ਪੱਟੀ ਸਾਹਿਬ ਤੁਹਾਡਾ ਬਹੁਤ ਧੰਨਵਾਦ। ਇਹ ਸਨ ਸੀਨੀਅਰ ਪੱਤਰਕਾਰ ਸਰਦਾਰ ਜਸਪੀਤ ਸਿੰਘ ਜੀ ਪੱਟੀ, ਜਿਨ੍ਹਾਂ ਨਾਲ ਅਸੀਂ ਅੱਜ ਦੀ ਸਮੁੱਚੀ ਜਿਹੜੀ ਚਰਚਾ ਖਾਸ ਤੌਰ ਦੇ ਉੱਤੇ ਕਸ਼ਮੀਰ ਦੇ ਉੱਤੇ ਹੀ ਰਹੀ ਹੈ। ਸੋ ਸਮੁੱਚੀ ਗੱਲਬਾਤ ਜਿਹੜੀ ਆ ਉਹ ਕੀਤੀ ਹੈ। ਸੋ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਇੱਥੇ ਹੀ ਸਮਾਪਤ ਹੁੰਦਾ ਆ। ਇੱਥੇ ਤੁਹਾਡੇ ਤੋਂ ਆਗਿਆ ਚਾਹਾਂਗੇ ਤੇ ਕੱਲ੍ਹ ਨੂੰ ਫਿਰ ਹੋਵਾਂਗੇ ਹਾਜ਼ਰ। ਇੱਥੇ ਬੁਲਾਉਂਦੇ ਹਾਂ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।